ਸ਼ਰਾਬ ਪੀ ਲੈਣੀ ਚਾਹੀਦੀ ਹੈ ਸ਼ੂਗਰ ਵਾਲੇ ਨੂੰ? ਭਾਜੀ ਦੇਖੋ 90 ml ਤੱਕ ਤਾਂ ਲੈ ਸਕਦਾ ਬੰਦਾ, ਪੀ ਸਕਦਾ ਹੈ ਇਨ ਅ ਵੀਕ, ਪਰ ਡਾਇਰੈਕਟਲੀ ਨਹੀਂ ਮੈਂ ਕਹਿ ਸਕਦਾ ਹੈਗਾ ਕਿ ਇਹ ਵੀ ਇੱਕ ਗੱਲ ਹੈ ਨਾ। ਪਹਿਲੀ ਗੱਲ ਇਹ ਆਉਂਦੀ ਹੈ ਹਾਈਪੋਗਲਾਈਸੀਮੀਆ ਹਾਈ ਰਹਿ ਜਾਂਦਾ ਭਾਜੀ ਉਹਦੇ 'ਚ। ਐਕਚੁਅਲੀ ਉਹਨਾਂ 'ਚ ਜਨਰਲੀ ਇਹ ਕਿ ਪੰਜਾਬ ਦੀ ਟ੍ਰੈਡੀਸ਼ਨ ਤਾਂ ਚੱਲਦੀ ਹੋਈ ਹੈ, ਮਤਲਬ ਜਿਵੇਂ ਨੋਰਮਲੀ ਤੁਹਾਨੂੰ ਇਹ ਸਵਾਲ ਕਰ ਲੈਂਦੇ ਪੇਸ਼ੈਂਟ ਕਿ ਡਾਕਟਰ ਸਾਹਿਬ ਸ਼ਰਾਬ ਪੀ ਲਈਏ ਥੋੜੀ ਜੀ ਕਿ ਨਾ ਪੀਏ? ਭਾਜੀ ਕਰ ਲੈਂਦੇ ਆ ਟੂ ਐਨ ਐਕਸਟੈਂਟ, ਯੈਸ, ਬਟ ਯੂ ਸੀ 90 ml ਇਨ ਅ ਵੀਕ, ਜੇ ਕਿਡਨੀਜ਼ ਠੀਕ ਹੈ, ਦੂਸਰਾ ਠੀਕ ਹੈ, ਵਨ ਇਜ਼ ਫੀਲਿੰਗ ਰਿਲੈਕਸਡ, ਆਈ ਡੋਂਟ ਰਿਕਮੈਂਡ ਇਟ। ਸਰ 90 ml ਇਨ ਅ ਵੀਕ ਕੌਣ ਪੀਂਦਾ ਪੰਜਾਬ 'ਚ, ਮੈਨੂੰ ਇਹ ਦੱਸੋ। ਭਾਜੀ ਇਹਦੀ ਗੱਲ ਤਾਂ ਮੈਂ ਇਹ ਜਿਹੜੀ ਪਹਿਲੀ ਗੱਲ ਹੈ, ਇਟ ਇਜ਼ ਵੈਰੀ ਸੀਰੀਅਸ। ਨੋਰਮਲੀ ਮੈਂ ਕਈ ਵਾਰੀ ਜਦੋਂ ਸ਼ਰਾਬ ਦੀ ਗੱਲ ਕਿਸੇ ਵੀ ਡਾਕਟਰ ਨਾਲ ਕਰਦਾ ਤਾਂ ਉਹ ਮਜ਼ਾਕ 'ਚ ਚਲੀ ਜਾਂਦੀ ਹੈ, ਪਰ ਤੁਸੀਂ ਆਪ ਦੱਸੋ ਕਿ ਬਹੁਤ ਸਾਰੇ ਲੋਕ, ਮੈਂ ਮੈਜੋਰਿਟੀ ਸ਼ਬਦ ਨਹੀਂ ਵਰਤਣਾ ਚਾਹੁੰਦਾ ਪੰਜਾਬੀਆਂ ਲਈ, ਇਟ ਸ਼ੁੱਡ ਬੀ ਅਵੋਇਡਡ, ਪਰ ਬਹੁਤ ਸਾਰੇ ਲੋਕ ਸ਼ਰਾਬ ਪੀਂਦੇ ਆ। ਡਾਇਬਟਿਕਸ 'ਚ ਨਾ ਐਕਚੁਅਲੀ ਅਲਕੋਹਲ ਦਾ ਵੀ ਜਿਹੜਾ ਮੇਨ ਪ੍ਰਾਇਮਰੀ ਟਾਰਗੇਟ ਆਰਗਨ ਹੈ ਨਾ, ਉਹ ਵੀ ਲੀਵਰ ਤੇ ਕਿਡਨੀ ਵਾਲੀ ਸਾਈਡ ਤੇ ਹੀ ਹੈ, ਤੇ ਸ਼ੂਗਰ ਨੇ ਵੀ ਜਾ ਕੇ ਕਿਡਨੀ ਨੂੰ ਧੱਕਾ ਮਾਰਨਾ। ਉਹ ਐਕਚੁਅਲੀ ਕਰਦਾ ਤਾਂ ਉੱਥੇ ਹੀ ਇਫੈਕਟ ਹੈਗਾ, ਬਟ ਹੁਣ ਆਈ ਐਮ ਕਲੂਲੈਸ ਐਕਚੁਅਲੀ, ਬਟ ਤੁਸੀਂ ਰੋਕਦੇ ਹੋ ਕਿ ਨਹੀਂ ਰੋਕਦੇ? ਮੈਂ ਕਹਿਣਾ ਕਿ ਉਹ ਕਹਿੰਦਾ ਜੀ ਮੈਨੂੰ ਇੱਕ ਗੱਲ ਯਾਦ ਆ ਗਈ, ਮੈਂ ਟੋਕਣਾ ਚਾਹੁੰਦਾ ਤੁਹਾਨੂੰ ਇੱਥੇ। ਮੈਂ ਇੱਕ ਡਾਈਟੀਸ਼ੀਅਨ ਕੋਲੇ ਗਿਆ, ਮੈਂ ਉਹਨਾਂ ਨੂੰ ਕਿਹਾ ਜੀ ਡਾਈਟ ਚਾਰਟ ਬਣਾ ਦਿਓ, ਤੇ ਉਹਨਾਂ ਨੇ ਨਾ ਦਾਰੂ ਵਾਲਾ ਡਾਈਟ ਚਾਰਟ ਬਣਾਤਾ ਵੀ 2 ਡਰਿੰਕਸ 30 ml ਦੇ ਲੈ ਲਓ। ਮੈਂ ਕਿਹਾ ਜੀ ਮੈਂ ਤਾਂ ਪੀਂਦਾ ਨਹੀਂ, ਤੁਸੀਂ ਇਹ ਕਿਉਂ ਬਣਾਤਾ? ਕਹਿੰਦੇ ਅੱਛਾ ਘੱਟ ਦਿਓ। ਮੈਂ ਕਿਹਾ ਪਰ ਇਹ ਬਣਾਇਆ ਕਿਉਂ ਤੁਸੀਂ? ਕਹਿੰਦੇ ਜੀ ਜੇ ਮੈਂ ਇਹ ਨਾ ਲਿਖੂੰਗੀ ਤੇ ਮੇਰੇ ਕੋਲ ਆਊਗਾ ਕੌਣ? ਅੱਜ ਕੱਲ੍ਹ ਹਰ ਬੰਦਾ ਹੀ ਚਾਹੁੰਦਾ ਹੈ ਮੈਂ ਕੈਲਰੀ ਕਾਊਂਟ 'ਚ ਉਸ ਹਿਸਾਬ ਨਾਲ ਸ਼ਰਾਬ ਪਾ ਕੇ ਦਿੱਤੀ। ਭਾਜੀ ਨਹੀਂ, ਉਹ ਕੈਲਰੀ ਅਲਕੋਹਲ 'ਚ ਕੈਲਰੀਜ਼ ਨਹੀਂ ਜ਼ਿਆਦਾ ਹੁੰਦੀਆਂ, ਨਹੀਂ ਹੁੰਦੀਆਂ ਜ਼ਿਆਦਾ। ਮੈਂ ਤੁਹਾਨੂੰ ਇਹ ਸਵਾਲ ਕਰ ਰਿਹਾ ਕਿ ਜਦੋਂ ਸ਼ਰਾਬ ਦੀ ਗੱਲ ਆਉਂਦੀ ਹੈ ਨਾ, ਤਾਂ ਬੜੇ ਡਿਪਲੋਮੈਟਿਕ ਆਨਸਰਸ ਹੁੰਦੇ ਆ ਡਾਕਟਰਸ ਦੇ, ਕਿ ਉਹਨਾਂ ਨੂੰ ਇਹ ਲੱਗਦਾ ਕਿ ਜੇ ਮੈਂ ਇਹ ਮਨਾ ਕਰਤਾ ਔਨ ਕੈਮਰਾ, ਕਹਤਾ ਵੀ ਨਹੀਂ ਪੀਣੀ ਨਹੀਂ ਚਾਹੀਦੀ, ਤਾਂ ਸ਼ਾਇਦ ਪੇਸ਼ੈਂਟ ਕਹੂਗਾ ਇਹਨਾਂ ਨਾਲ ਜਾਣ ਦੀ ਬਜਾਏ ਤਾਂ XYZ ਕੋਲ ਜਾਓ, ਕਹਿ ਦਿੰਦਾ ਪੀ ਲਿਆ ਕਰੋ, ਕੋਈ ਗੱਲ ਨਹੀਂ। ਡਾਕਟਰਸ ਐਵੇਂ ਤਾਂ ਕਰ ਰਹੇ ਆ ਸਰ, ਕਿਉਰ ਵੀ ਕਰਨਾ, ਪਰ ਇਹ ਵੀ ਤਾਂ ਦੇਖਣਾ ਕਿ ਮੇਰਾ ਪੇਸ਼ੈਂਟ ਵੀ ਮੇਨਟੇਨ ਰਹੇ। ਬੜਾ ਨਾ ਕੰਟਰੋਵਰਸ਼ੀਅਲ ਜਿਹਾ ਕੁਐਸਚਨ ਹੈ, ਮਤਲਬ ਆਪਾਂ ਬੈਟਰ ਇਹ ਕੁਐਸਚਨ ਨੂੰ ਸਾਈਡ, ਮੈਂ ਤੁਹਾਨੂੰ ਕਿਹਾ ਕਿ ਬਹੁਤ ਮੋਡਰੇਸ਼ਨ 'ਚ ਕੋਈ ਬੰਦਾ ਲੈ ਰਿਹਾ ਹੈ, ਤੁਸੀਂ ਕਹਿ ਰਹੇ ਹੋ ਕਿ ਪੀਂਦਾ ਕੌਣ ਹੈ, ਪਰ ਜੇ ਬੰਦਾ ਪੀ 90 ml ਰਿਹਾ ਜਿਹੜਾ, ਤਾਂ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਭਾਜੀ। ਮੋਡਰੇਸ਼ਨ ਦੇ ਵਿੱਚ ਮੈਂ ਤਾਂ ਜਨਰਲੀ ਦੇਖੋ ਬੜੀ ਕੰਟਰੋਵਰਸ਼ੀਅਲ ਜੀ ਐਵੀਡੈਂਸ ਹੈ। ਅਸਰ ਕੀ ਹੈ? ਚਲੋ ਤੁਸੀਂ ਇਹ ਛੱਡੋ, ਕੌਣ ਪੀਵੇ ਕੌਣ ਨਾ ਪੀਵੇ ਉਹ ਤੁਸੀਂ ਕਲੀਨਿਕ 'ਚ ਦੱਸ ਦਿਓ। ਮੈਂ EBM ਜਿਹੜੀ ਐਵੀਡੈਂਸ ਬੇਸਡ ਮੈਡੀਸਨ ਹੈ, ਜੇ ਆਪਾਂ ਉਹਦੇ ਹਿਸਾਬ ਨਾਲ ਜਾਣਿਆ ਰਿਸਰਚਸ, ਉਹ ਬੜੀਆਂ ਕੰਟਰੋਵਰਸ਼ੀਅਲ ਜਿਹੀਆਂ ਸਟੱਡੀਜ਼ ਹੈ। ਕਈ ਬੰਦੇ ਤਾਂ ਕਹਿੰਦੇ ਜੀ 90 ml ਦੇ ਨਾਲ ਇਹਨੇ ਪੀਣ ਨਾਲ ਲਾਈਫ ਵੱਧਦੀ ਹੈ, ਕੋਈ ਕਹਿੰਦਾ ਘਟਦੀ ਹੈ। ਐਕਚੁਅਲੀ ਜਿਹੜਾ ਡਾਟਾ ਬੇਸ ਹੈ, ਇਟ ਇਜ਼ ਨਾਟ ਵੈਰੀ ਮਚ ਕਨਕਲੂਸਿਵ ਕਿ ਕਿੰਨੀ ਕੁਆਂਟਿਟੀ 'ਚ ਕਿੰਨਾ ਹੈਗਾ। ਐਕਚੁਅਲੀ ਇਹਦਾ ਕੋਈ ਬੜਾ ਮੈਂ ਸਪੈਸੀਫਿਕ ਜਿਹਾ ਉਹ ਚੀਜ਼ ਨਹੀਂ ਲੱਭ ਸਕਦਾ। ਇੰਡੀਵਿਜੂਅਲ ਟੂ ਇੰਡੀਵਿਜੂਅਲ ਵੀ ਵੇਰੀ ਕਰਦਾ ਹੈ। ਡਿਫਰੈਂਟ ਰਿਸਰਚਸ ਡਿਫਰੈਂਟ ਚੀਜ਼ਾਂ ਪ੍ਰੂਵ ਕਰਦੀਆਂ ਹੈਗੀਆਂ, ਮਤਲਬ ਉਹਦੇ 'ਚ ਕੋਈ ਕਨਕਲੂਸਿਵ ਐਵੀਡੈਂਸ ਨਹੀਂ ਹੈਗਾ ਕਿ ਆਪਾਂ ਕਹੀਏ ਕਿ ਹਾਂ ਯਾਰ। ਹੁਣ ਮੈਂ ਇੱਕ ਮੁੰਡੇ ਨੂੰ ਦੇਖਿਆ, ਮੈਂ ਅਨੰਦਪੁਰ ਕਲੌੜ ਜਦੋਂ ਗਿਆ, ਮੈਂ ਜਦੋਂ ਆਰਮੀ ਛੱਡ ਕੇ ਗਿਆ, ਉਦੋਂ 2010 'ਚ ਮੁੰਡਾ ਆਇਆ 27 ਸਾਲ ਦਾ, ਕਹਿੰਦਾ ਮੇਰੇ ਲੀਵਰ ਸਰੋਸਿਸ ਹੋ ਗਈ। ਮੈਂ ਕਿਹਾ ਯਾਰ ਲੀਵਰ ਸਰੋਸਿਸ 27 ਸਾਲ ਦੀ ਏਜ 'ਚ? ਮੈਂ ਕਿਹਾ ਇੰਨੀ ਕਿਹੜੀ ਪੀ ਲਈ 27 'ਚ? ਬਟ ਡਿਪੈਂਡਸ ਔਨ ਅ ਇੰਡੀਵਿਜੂਅਲ। ਆਈ ਮੀਨ ਇਟ ਇਜ਼ ਐਟ ਦ ਐਂਡ ਆਫ ਇਟ ਇਜ਼ ਅ ਕੈਮੀਕਲ ਵਿਚ ਕੈਨ ਟਾਰਗੇਟ, ਆਈ ਮੀਨ ਇਟ ਕੈਨ। ਲੀਵਰ ਤੇ ਵੀ ਅਸਰ ਹੁੰਦਾ ਡਾਇਬੀਟੀਜ਼ ਦਾ? ਕਿਡਨੀ ਤੇ ਤਾਂ ਹੁੰਦਾ ਹੀ ਹੈ, ਤੁਸੀਂ ਜ਼ਿਕਰ ਕੀਤਾ ਡਾਇਬੀਟੀਜ਼ ਤੇ ਲੀਵਰ ਕੀ ਹੈਗਾ ਬੇਸਿਕਲੀ, ਤੁਸੀਂ ਟਰਮ ਸੁਣੀ, ਦੈਟ ਇਜ਼ ਕਾਲਡ NaSH, ਨਾਨ ਐਲਕੋਹਲਿਕ ਸਟੀਟੋਹੈਪੇਟਾਈਟਸ। ਬੰਦਾ ਦਾਰੂ ਤਾਂ ਪੀਂਦਾ ਨਹੀਂ, ਪਰ ਲੀਵਰ ਦੇ ਸਾਰੇ ਐਂਜ਼ਾਈਮ ਹਿੱਲੇ ਹੋਏ ਆ। ਕਿਉਂ? ਲੀਵਰ 'ਚ ਸੈਲਸ ਹੁੰਦੇ ਆ, ਦੇ ਆਰ ਕਾਲਡ ਹੈਪੈਟੋਸਾਈਟਸ। ਹੈਪੈਟੋਸਾਈਟਸ ਕੀ ਹੁੰਦੇ? ਟੀਜੀਜ਼ ਵੜ ਜਾਂਦੇ ਆ, ਯਾਨੀ ਲੀਵਰ ਫੈਟੀ ਕਰ ਦਿੰਦੇ ਆ। ਜਿਹੜੇ ਸੈੱਲ ਆ ਲੀਵਰ ਦੇ ਹੈਪੈਟੋਸਾਈਟਸ, ਉਹਨਾਂ 'ਚ ਟ੍ਰਾਈਗਲਿਸਰਾਈਡਸ ਜਾਂ ਫੈਟ ਸੈਲਸ ਆ ਕੇ ਦੇ ਮੇਕ ਇਟ ਫੈਟੀ। ਉਹ ਥੋੜ੍ਹਾ ਜਿਹਾ ਫੈਟੀ ਲੀਵਰ ਹੁੰਦਾ, ਥੋੜ੍ਹਾ ਜਿਹਾ SGOT-PT ਹਿਲਦੇ ਆ ਲੋਕ, ਮੈਨੂੰ ਤਾਂ ਲੀਵਰ ਦੀ ਪ੍ਰੋਬਲਮ, ਉਹ ਲੀਵਰ ਫੇਲੀਅਰ ਤੱਕ ਹੀ ਬਣਾਈ ਫਿਰਦੇ ਹੁੰਦੇ ਆ। ਉਹ ਇੰਨੀ ਚੀਜ਼ ਹੁੰਦੀ ਨਹੀਂ ਹੈ। ਦੈਨ ਅਗੇਨ ਇਟ ਇਜ਼ ਅ ਫੋਬੀਆ। ਥੋੜ੍ਹਾ ਜਿਹਾ OT-PT ਹਿੱਲਿਆ, ਉਹ ਡਾਕਟਰ ਸਾਹਿਬ ਮੇਰਾ ਤਾਂ ਲੀਵਰ ਖਤਮ ਹੋਇਆ, ਮੇਰਾ ਤਾਂ ਬਿਲਕੁਲ ਲੀਵਰ। ਮੈਂ ਕਿਹਾ ਨਹੀਂ ਹਜੇ ਨਹੀਂ ਤੇਰਾ ਇੰਨਾ, ਮਤਲਬ ਫੋਬੀਆ ਜ਼ਿਆਦਾ ਹੈਗਾ। ਪਰ ਮੇਰੇ ਖਿਆਲ ਕਿਡਨੀ ਇਜ਼ ਦਾ most critical organ which has to be kept in mind while treating a diabetic. I mean, you cannot dismiss or ignore a kidney function. It has to be done on a regular basis. ਕਈਆਂ ਦੇ ਡਾਕਟਰ ਸਾਹਿਬ ਪੈਰਾਂ 'ਚ ਮੋਰੇ ਹੋ ਜਾਂਦੇ ਆ, ਗਲ ਜਾਂਦੇ ਆ, ਤੁਸੀਂ ਕਿਹਾ ਕੱਟਣੇ ਪੈਂਦੇ ਆ, ਉਹ ਸਟੇਜ ਤੱਕ ਕਿਵੇਂ ਪਹੁੰਚਦਾ? ਉਦੋਂ ਪਹਿਲਾਂ ਕਿਉਰ ਕਿਉਂ ਨਹੀਂ ਹੁੰਦਾ ਬੰਦਾ? ਭਾਜੀ ਦੋ ਚੀਜ਼ਾਂ ਹੈ, ਇੱਕ ਚੀਜ਼ ਤਾਂ ਹੈਗੀ ਹੈ ਵਾਸਕੂਲੋਪੈਥੀ, ਦੂਜੀ ਚੀਜ਼ ਹੈਗੀ ਹੈ ਨਿਊਰੋਪੈਥੀ। ਵਾਸਕੂਲੋਪੈਥੀ ਉਹ ਚੀਜ਼ ਹੈ ਕਿ ਜਿਹੜੇ ਬਲੱਡ ਫਲੋ ਹੈ ਸਾਡਾ, ਹੁਣ ਦੇਖੋ ਟਿਊਬਵੈੱਲ ਚੱਲਦਾ ਖੇਤ 'ਚ, ਸਭ ਤੋਂ ਜਿਹੜਾ ਦੂਰ ਆ ਖੇਤ, ਸਭ ਤੋਂ ਘੱਟ ਪਾਣੀ ਉਹ ਖੇਤ 'ਚ ਪਹੁੰਚੂਗਾ। ਕੀ ਰੀਜ਼ਨ ਹੈ? ਇਟ ਇਜ਼ ਫਾਰਦੈਸਟ ਫਰੋਮ ਦਾ ਮੇਨ ਪੰਪ। ਹੁਣ ਹਾਰਟ ਹੈ, ਜਿਹੜਾ ਫੁੱਟ ਹੈ, ਇਟ ਇਜ਼ ਫਾਰਦੈਸਟ ਫਰੋਮ ਦਾ ਹਾਰਟ। ਇੱਕ ਤਾਂ ਜਿਹੜਾ ਡਾਇਬਟਿਕ ਬੰਦਾ ਹੈਗਾ, ਉਹਦੀਆਂ ਬਲੱਡ ਵੈਸਲਸ ਜਿਹੜੀਆਂ ਉਹ ਥਿਕ ਹੋ ਜਾਂਦੀਆਂ, ਦੈਟ ਇਜ਼ ਕਾਲਡ ਅਟੀਰੋਸਕਲੇਰੋਸਿਸ।
ਓਕੇ ਉਹਦੇ ਵਿੱਚ ਫਿਰ ਕੀ ਹੈ, ਫੈਟ ਜਮਾ ਹੋ ਜਾਂਦਾ, ਜਿਵੇਂ ਮੈਂ ਐਲਡੀਐਲ ਦੀ ਗੱਲ ਕਰਦਾ ਸੀ, ਉਹਦੇ ਨਾਲ ਜਿਹੜਾ ਐਂਡ ਆਰਗਨ ਹੈ ਉਹਦਾ ਬਲੱਡ ਫਲੋ ਘਟ ਦਿੰਦਾ। ਦਿਸ ਇਜ਼ ਕਾਲਡ ਪੈਰੀਫਰਲ ਵਾਸਕੂਲਰ ਡਿਜ਼ੀਜ਼। ਇਹਦੇ ਲਈ ਆਪਾਂ ਡੋਪਲਰ ਕਰਦੇ। ਬਟ ਉਸ ਤੋਂ ਇਲਾਵਾ ਇੱਕ ਹੋਰ ਚੀਜ਼ ਜਿਹੜੀ ਵਾਸਕੂਲੋਪੈਥੀ ਜਿਹੜੀ ਮੈਂ ਹੁਣ ਐਕਸਪਲੇਨ ਕੀਤੀ, ਉਸ ਤੋਂ ਇਲਾਵਾ ਇੱਕ ਹੋਰ ਚੀਜ਼ ਹੈ, ਦੈਟ ਇਜ਼ ਕਾਲਡ ਨਿਊਰੋਪੈਥੀ। ਪੈਰ ਹੀ ਨਹੀਂ ਚੈੱਕ ਹੁੰਦੇ ਭਾਜੀ। ਮਿਸ਼ੀਗਨ ਨਿਊਰੋਪੈਥਿਕ ਸਕਰੀਨਿੰਗ ਇੰਸਟਰੂਮੈਂਟ ਤੋਂ ਪਤਾ ਲੱਗਦਾ ਹੈ, ਮੋਨੋਫਿਲਾਮੈਂਟ ਲਾ ਕੇ ਮੈਂ ਕਈਆਂ ਵਾਰ 10 ਜਗ੍ਹਾ ਤੇ ਲਾਣਾ, ਮੈਂ ਕਿਹਾ ਲੱਗਿਆ ਪਤਾ, ਕਹਿੰਦਾ ਨਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ। ਘਰ ਵਾਲੀ ਕਹਿੰਦੀ ਜੇ ਕਬਾੜੀ ਹੈ ਇਹਨਾਂ ਦੇ ਤਾਂ ਕਹਿੰਦੇ ਕਿੱਲ ਮੈਂ ਰਾਤ ਨੂੰ ਕੱਢਦੀ ਹਾਂ। ਦੈਟ ਇਜ਼ ਕਾਲਡ ਨਿਊਰੋਪੈਥੀ। ਯੂ ਆਰ ਨਾਟ ਏਬਲ ਟੂ ਸੈਂਸ ਇਟ, your blood supply is not able to reach to the terminal parts. ਵਾਸਕੂਲੋਪੈਥੀ ਤੇ ਨਿਊਰੋਪੈਥੀ ਜਦੋਂ ਦੋਵੇਂ ਮਿਲ ਕੇ ਇਕੱਠੀਆਂ ਹੋ ਜਾਂਦੀਆਂ, then the foot ulcers they come into play. And again when they come into play, when you don't have the glycemic legacy, ਤੁਹਾਡੀ 3 ਮਹੀਨੇ ਵਾਲੀ ਸ਼ੂਗਰ right from the beginning, I'm harping on this concept, it is beyond 7, it is 9, it is 10, it is 11, dysglycemia ਦੇ ਕਰਕੇ ਸਾਰੇ ਦਾ ਸਾਰਾ ਇੱਕ ਸਾਈਕਲ ਸੈਟਨ ਹੁੰਦਾ। ਫੁੱਟ ਅਸੈਸਮੈਂਟ ਸਾਲ 'ਚ ਇੱਕ ਵਾਰੀ ਮਸਟ ਬੀ ਡਨ ਐਂਡ ਮਸਟ ਬੀ ਕੰਡਕਟਡ। ਕਿਵੇਂ ਹੁੰਦਾ ਉਹ, ਕੀ ਟੈਸਟ ਹੈ ਸਰ? ਉਹ ਬਲੱਡ ਟੈਸਟ ਹੈ ਭਾਜੀ? ਬਲੱਡ ਟੈਸਟ ਨਹੀਂ, ਉਹ ਕਲੀਨਿਕਲ ਇੱਕ ਟੈਸਟ ਹੈਗਾ। ਉਹਦੇ ਵਿੱਚ ਪਹਿਲਾਂ ਅਪੀਅਰੈਂਸ ਆਫ ਫੁੱਟ ਦੇਖਦੇ ਹਾਂ ਆਪਾਂ, ਡਿਫਾਰਮਿਟੀ ਹੈ ਨਹੀਂ ਹੈਗੀ, ਕੈਲਸ ਬਣੇ ਆ, ਫਿਸ਼ਰ ਬਣੇ ਆ, ਡਰਾਈ ਫੁੱਟ ਹੈ। ਹੁਣ ਸ਼ੂਗਰ ਦਾ ਬੰਦਾ ਹੈ, ਉਹਦੇ ਪੈਰਾਂ 'ਚ ਪਸੀਨਾ ਘੱਟ ਆਉਂਦਾ, ਉਹਦੇ ਕਰਕੇ ਪੈਰਾਂ 'ਚ ਫਿਸ਼ਰਸ ਬਣ ਜਾਂਦੇ ਹੈ। ਸਮਝ ਰਹੇ ਹੋ? ਅਪੀਅਰੈਂਸ ਆਫ ਫੁੱਟ ਦੇਖਣੀ ਹੈ, ਫਿਰ ਦੇਖਣੀ ਅਲਸਰੇਸ਼ਨ ਹੈ ਕਿ ਨਹੀਂ ਹੈਗੀ, ਅਲਸਰ ਬਣਿਆ ਕਿ ਨਹੀਂ ਹੈਗਾ, ਫਿਰ ਉਹਦੇ ਐਂਕਲ ਰਿਫਲੈਕਸਿਸ ਆ ਉਹ ਦੇਖਣੇ ਆ, ਫਿਰ ਮੋਨੋਫਿਲਾਮੈਂਟ 10 ਗ੍ਰਾਮ ਹੈ ਉਹ ਲਾ ਕੇ ਦੇਖਣਾ ਹੈ, ਫਿਰ ਤੁਸੀਂ ਵਾਈਬ੍ਰੇਸ਼ਨ ਦੇਖਣੀ ਹੈ ਐਟ ਦੀ ਐਂਡ ਆਫ ਦਾ ਗ੍ਰੇਡ ਟੋ। ਇਹ 5 ਕੰਪੋਨੈਂਟਸ ਨੂੰ ਮਿਲਾ ਕੇ ਜਿਹਦਾ ਸਕੋਰ 2 ਤੋਂ ਉੱਤੇ ਆਉਂਦਾ, ਫਿਰ ਆਪਾਂ ਕਹਿੰਦੇ ਕਿ ਪੇਸ਼ੈਂਟ ਵਿਲ ਬੀ ਲੇਬਲਡ ਐਜ਼ ਸਮਥਿੰਗ ਵਿਦ ਅ ਡਾਇਬੈਟਿਕ ਨਿਊਰੋਪੈਥੀ। ਹਰ ਬੰਦਾ, ਹਰ ਕਲੀਨਿਸ਼ੀਅਨ ਆਪਣੇ ਲੈਵਲ ਤੇ ਆਪਣੇ ਤਰ੍ਹਾਂ ਦਾ ਟੈਸਟਿੰਗ ਕਰਦਾ। ਬਟ ਮੈਂ ਜਿਹੜੇ ਸਾਊਥ ਵੇਲਸ ਤੋਂ ਮੈਨੂੰ ਜਿਹੜੀ ਐਕੈਡੈਮਿਕ ਫੋਰਮ ਤੇ ਮੈਂ ਸੀ ਫਰੰਟ ਤੇ, ਉਹਨਾਂ ਨੇ ਕਿਹਾ ਕਿ MNSE ਵਿਲ ਬੀ ਦਾ ਮੋਸਟ ਐਕੂਰੇਟ ਟੈਸਟ ਟੂ ਡੂ ਇਟ ਔਨ ਐਨ OPD ਬੇਸਿਸ। ਉਹਦੇ ਐਵੇਂ ਬੰਦੇ ਦਾ ਖੱਜਲ ਖਵਾਰੀ ਨਹੀਂ ਹੋਣੀ ਵੀ ਆਹ ਵੀ ਕਰਾ ਲਾ, ਪੈਰਾਂ ਨੂੰ ਆਹ ਲਾ ਲਾ, ਮਤਲਬ ਇਟ ਵਿਲ ਬੀ ਡਨ ਵਿਦ ਇਨ 2 ਮਿੰਟਸ ਐਂਡ ਯੂ ਵਿਲ ਬੀ ਅਵੇਅਰ ਕਿ ਹਾਂ ਆਹ ਚੀਜ਼ ਹੈ। ਤੇ ਤੁਹਾਡੇ ਉੱਥੇ ਹੀ ਕਰਦੇ ਹੋ ਜਾਂ ਤੁਸੀਂ ਕਿਤੇ ਅੱਗੇ ਫਰਦਰ ਭੇਜਦੇ? ਕਿਤੇ ਨਹੀਂ ਭੇਜਦੇ, ਬੰਦੇ ਦਾ ਹਰਾਸਮੈਂਟ ਨਹੀਂ ਕਰਨੀ। ਮਤਲਬ ਹਾਂ, ਡਾਇਬੈਟਿਕ ਬੰਦਾ ਕ੍ਰੀਏਟ ਦਾ ਪੋਜ਼ਿਟਿਵਿਟੀ, ਯੂ ਕੈਨਟ ਕ੍ਰੀਏਟ ਅ ਨੈਗੇਟਿਵਿਟੀ, ਯੂ ਕੈਨਟ ਕ੍ਰੀਏਟ ਅ ਫੋਬੀਆ ਇਨ ਅ ਡਾਇਬੈਟਿਕ। ਪਤਾ ਨਹੀਂ ਕਿ ਉਹ ਕੁਝ ਨਹੀਂ ਹੈ, ਇਟਸ ਨਥਿੰਗ। ਇਫ ਯੂ ਮੈਨੇਜ ਇਟ ਵੈਲ, ਨਥਿੰਗ ਵਿਲ ਹੈਪਨ। ਤਾਂ ਇਹ ਲਾਈਫਸਟਾਈਲ ਚੇਂਜਸ ਦੇ ਨਾਲ ਵੀ ਕਿਉਂ? ਫਿਰ ਉਹੀ ਗੱਲ ਆਪਾਂ ਕਰਦੇ ਸੀ ਕਿ ਲਾਈਫਸਟਾਈਲ, ਹੁਣ ਜੰਮਦੇ ਬੱਚੇ ਨੂੰ ਸ਼ੂਗਰ ਹੈ, ਉਹ ਵਿਚਾਰੇ ਨੇ ਇੱਕ ਦਿਨ 'ਚ ਕੀ ਲਾਈਫਸਟਾਈਲ ਕਰ ਲਿਆ। ਐਕਚੁਅਲੀ ਲਾਈਫਸਟਾਈਲ ਇਟ ਡਸ ਕਮ ਇਨ ਟੂ ਪਲੇ, ਬਟ ਲਾਈਫਸਟਾਈਲ, ਹੁਣ ਲਾਈਫਸਟਾਈਲ ਦੇਖੋ, ਇਟਸ ਸਮ ਪਾਰਟ ਆਫ ਇਟ ਹੈ। ਸਮ ਪਾਰਟ ਆਫ ਇਟ, ਯੈਸ।